अस्सलाम वालेकुम दोस्तों, ਤੁਹਾਡਾ ਮੇਜ਼ਬਾਨ ਹਾਫਿਜ਼ ਵਿਕਾਸ ਅੱਜ ਇੱਕ ਵਾਰ ਫਿਰ ਇੱਕ ਨਵੇਂ ਟਾਪਿਕ ਦੇ ਨਾਲ ਤੁਹਾਡੇ ਖਿਦਮਤ 'ਚ ਹਾਜ਼ਰ ਹਾਂ। ਤੇ ਅੱਜ ਅਸੀਂ ਗੱਲ ਕਰਾਂਗੇ ਗੰਦਮ ਦੀ ਜਿਹੜੀ ਕਾਸ਼ ਦੇ ਹਵਾਲੇ ਨਾਲ। ਆਈਡੀਅਲ ਟਾਈਮ ਜਿਹੜਾ ਉਹ ਗੁਜ਼ਰ ਰਿਹਾ ਇਸ ਟਾਈਮ, ਉਸ ਹਵਾਲੇ ਨਾਲ, ਤੇ ਕਿਸ ਟਾਈਮ ਤੱਕ ਅਸੀਂ ਗੰਦਮ ਕਾਸ਼ ਕਰ ਸਕਦੇ ਹਾਂ ਉਸ ਹਵਾਲੇ ਨਾਲ, ਤੇ ਕਿੰਨਾ ਸਾਨੂੰ ਬੀਜ ਪਾਉਣਾ ਚਾਹੀਦਾ, ਕਿਸ ਤਰ੍ਹਾਂ ਬੀਜਣਾ ਚਾਹੀਦਾ। ਲੇਟ ਵੀਡੀਓ ਜ਼ਰੂਰ डाल रहे हैं पर मकसद ਜਿਹੜਾ ਸੀ ਉਹ ਤੁਹਾਨੂੰ ਦੱਸਣਾ ਸੀ, ਇਨਫੋਰਮੇਸ਼ਨ ਸੀ। ਮੈਂ ਅੱਜ ਜ਼ਰਾ ਵਿਜ਼ਿਟ 'ਤੇ ਆਇਆ ਤਾਂ ਮੈਂ ਕਿਹਾ ਚਲੋ ਦੋਸਤਾਂ ਨਾਲ ਸ਼ੇਅਰ ਕਰਾਂ। ਸਭ ਤੋਂ ਪਹਿਲੇ ਗੰਦਮ ਜਿਹੜਾ ਹੈ ਆਈਡੀਅਲ ਟਾਈਮ ਕਿਹੜਾ ਹੁੰਦਾ, 1 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ, ਠੀਕ ਹੈ ਨਾ ਜੀ। ਅੱਜ ਹੈਗੀ ਹੈ 23 ਨਵੰਬਰ ਹੈ, ਤੇ ਅੱਜ ਮਕਸਦ 2 ਦਿਨ ਰਹਿ ਗਏ ਇਸ ਤੋਂ ਬਾਅਦ ਜਿਹੜੀ ਆਈਡੀਅਲ ਟਾਈਮ ਗੁਜ਼ਰਨ ਨੂੰ। ਪਰ 30 ਨਵੰਬਰ ਤੱਕ ਵੀ ਅਗਰ ਤੁਸੀਂ ਇਹਨੂੰ ਬਿਜਾਈ ਕਰੋ ਤਾਂ ਆਈਡੀਅਲ ਹੀ ਕੰਸੀਡਰ ਹੋਏਗਾ। हाँ, इस तो बाद करोगे तो वो लेट काश्त में आएगा। तो तुसी बीज कितना पाना, जोड़ा तुसी 25 नवंबर तक 50 किलो बीज पाओगे। पर जिस तरह अजकल धुप्पां लग रही, मतलब मौसम खुला है तो कोई ऐसी धुंध वगैरह ऐसी नहीं है हजे, तो तुसी 30 नवंबर तक भी तुसी 50 किलो ही बीज पाओगे। तो अगर इस तो लेट तुसी होगे 5 दसंबर तक, फिर तुसी 60 किलो पाओगे। 5 दसंबर तो ले तुसी 10 दसंबर तक जाओगे, फिर तुसी इहनूं 70 किलो ते लै जाओगे बीज नूं। बीज वधाना क्यों हुंदा, बीज इतना ज़्यादा क्यों असी पाना हुंदा, उहदी वजह है क्योंकि सानूं पौधे चाहिए हुंदे आ फी एकड़ 10 तो 12 लाख। साडे पौधे होणगे तो फिर ही साडी औसत आएगी। वो पौधे किद्दां निकलणगे, वो जिल्ले तुसी पूरा बीज पाओगे। तो अगे फिर नया टॉपिक है बीज क्यों ਵਧਾਣੇ ਪੈਂਦਾ ਜਿਹੜਾ ਉਹਨੂੰ ਤੁਸੀਂ ਪਾਓਗੇ। ਉਹ ਇਹ ਹੈ ਕਿ ਜਦੋਂ ਠੰਡ ਵੱਧਦੀ ਜਾਣੀ ਨਾ, ਬੀਜ ਦੀ ਜਰਮੀਨੇਸ਼ਨ ਘਟਦੀ ਜਾਣੀ ਹੈ। ਤੁਸੀਂ ਜਿਸ ਤਰ੍ਹਾਂ ਦਸੰਬਰ ਤਰਫ ਜਾਂਦੇ ਜਾਓਗੇ, ਬੀਜ ਜਿਹੜੀ ਜ਼ਮੀਨ ਉਹ ਰੱਖਦੀ ਜਾਏਗੀ ਅਤੇ ਤੁਹਾਡਾ ਜ਼ਮੀਨ ਤੋਂ ਬੀਜ ਜਿਹੜਾ ਉਹ ਘੱਟ ਨਿਕਲੇਗਾ। ਇਸ ਵਜ੍ਹਾ ਤੋਂ ਬੀਜ ਦੀ ਰੇਸ਼ੋ ਵਧਾਦੇ ਹੁੰਦੇ ਆ, ਬੀਜ ਦੀ ਕੁਆਂਟਿਟੀ ਵਧਾਉਣੇ ਹੁੰਦੇ ਆ ਤਾਂ ਕਿ ਬੀਜ ਜਿਹੜਾ ਜ਼ਿਆਦਾ ਸਟੀਏ। ਚਲੋ ਕੋਈ ਜ਼ਮੀਨ ਬੀਜ ਰੱਖ ਵੀ ਜਾਵੇ ਡਿਊ ਟੂ ਟੈਂਪਰੇਚਰ ਦੀ ਵਜ੍ਹਾ ਤੋਂ, ਲੋ ਟੈਂਪਰੇਚਰ ਹੋਣ ਦੀ ਵਜ੍ਹਾ ਤੋਂ ਰੱਖ ਵੀ ਜਾਵੇ, ਸਾਡਾ ਕਮ ਤੋਂ ਕਮ 50 ਕਿਲੋ ਬੀਜ ਤਾਂ ਬਾਹਰ ਨਿਕਲੇ ਨਾ, ਸਾਡਾ 10 ਤੋਂ 12 ਲੱਖ ਪੌਦਾ ਤਾਂ ਬਾਹਰ ਨਿਕਲੇ। ਪਹਿਲੇ ਸਾਡੀ ਸ਼ੁਰੂਆਤ ਤਾਂ ਚੰਗੀ ਹੋਵੇ, ਇਸ ਲਈ ਸਾਨੂੰ ਬੀਜ ਵਧਾਉਣਾ ਪੈਂਦਾ ਹੈ, ਠੀਕ ਹੈ ਨਾ ਜੀ। ਅਤੇ ਮੈਂ ਲਾਜ਼ਮੀ ਦੋਸਤਾਂ ਨੂੰ ਕਹਾਂਗਾ ਜਿਹੜੇ ਦੋਸਤ ਜੇ ਲੇਟ ਕਾਸਟ ਵਿੱਚ ਆ ਜਾਂ ਜਿਹੜੇ ਕਰ ਰਹੇ ਨੇ, ਬੀਜ ਨੂੰ ਦਵਾਈ ਲਾਜ਼ਮੀ ਲਾਉਣ, ਕਿਉਂਕਿ ਦਵਾਈ ਲਾਉਣ ਤੋਂ ਬਗੈਰ ਹੱਲ ਨਹੀਂ। ਤੁਸੀਂ ਜਿੰਨਾ ਵੀ ਕਹੋ ਨਾ ਜੀ ਅਸੀਂ ਦਵਾਈ ਲਾਉਣ ਤੋਂ ਬਗੈਰ ਅਸੀਂ ਬੀਜ ਕੇ ਉਹ ਸਾਰਾ ਬੀਜ ਬਾਹਰ ਕੱਢ ਲਈਏ, ਉਹ ਇਵੇਂ ਨਹੀਂ ਹੁੰਦਾ। ਕਿਉਂਕਿ ਉਹ ਜ਼ਮੀਨ ਨੇ ਬੀਜ ਰੱਖ ਜਾਣਾ, ਕੀੜੇ ਮਕੌੜਿਆਂ ਨੇ ਕੁਝ ਖਾ ਜਾਣਾ, ਕੁਝ ਬਾਅਦ ਤੁਹਾਡੇ ਫੰਗਸ ਦੇ ਮਸਾਇਲ ਬਣ ਜਾਣੇ, ਕੋਈ ਜੜ੍ਹ ਦੇ ਮਸਾਇਲ, ਕੋਈ ਤੁਹਾਡਾ ਝਾੜ ਪੂਰਾ ਨਹੀਂ ਬਣਨਾ, ਐਵਰੇਜ ਤੁਹਾਡੀ ਘੱਟ ਜਾਣੀ। ਬੀਜ ਨੂੰ ਦਵਾਈ ਲਾਜ਼ਮੀ ਲਾਇਓ, ਇਸ ਤੋਂ ਬਗੈਰ ਹੱਲ ਨਹੀਂ। ਕੁਝ ਏਕੜ ਨੂੰ ਲਾ ਲਿਓ, ਕੁਝ ਨੂੰ ਨਾ ਲਾਇਓ, ਉਹ ਜੇ ਮੁਵਾਜ਼ਨਾ ਕਰ ਲਿਓ, ਤੁਹਾਨੂੰ ਆਪ ਹੋ ਜਾ ਸਾਰਾ ਸ਼ਡਿਊਲ ਦਾ ਪਤਾ ਲੱਗ ਜਾਏਗਾ ਇੱਕ ਚੀਜ਼। ਦੂਸਰੇ ਨੰਬਰ 'ਤੇ ਤੁਸੀਂ ਜਿਹੜਾ ਬੀਜ ਹੈ ਮੇਰਾ ਵੀਰ ਉਹ ਵਧਾਉਂਦੇ ਜਾਣਾ, ਜਿਸ ਤਰ੍ਹਾਂ ਤੁਸੀਂ ਲੇਟ ਕਾਸ਼ ਦੀ ਤਰਫ ਜਾਂਦੇ ਜਾਣਾ। ਅਤੇ ਤੀਸਰੇ ਨੰਬਰ 'ਤੇ ਇਹ ਹੈ ਜਿਹੜਾ ਅੱਜ ਕੱਲ੍ਹ ਜਿਹੜੇ ਦੋਸਤਾਂ ਨੇ ਅਗੇਤੀ ਕਾਸ਼ ਕੀਤੀ ਹੈ ਜਾਂ ਜਿਹਨੇ 1 ਨਵੰਬਰ ਨੂੰ ਕਾਸ਼ ਕੀਤੀ, ਉਹਨੂੰ ਪਹਿਲਾ ਪਾਣੀ ਲੱਗਣ ਵਾਲਾ ਹੋ ਗਿਆ। ਅਤੇ ਸਾਰੇ ਦੋਸਤਾਂ ਨੂੰ ਮੈਂ ਉਹ ਕਹਾਂਗਾ ਪਹਿਲਾ ਪਾਣੀ ਜਦੋਂ ਲਾਉਣਾ ਜ਼ਿੰਕ ਲਾਜ਼ਮੀ ਨਾਲ ਪਾਣੀ ਹੈ। ਯੂਰੀਆ ਦਾ 1 ਗੱਟੂ 27% ਵਾਲੇ ਜ਼ਿੰਕ 3 ਕਿਲੋ ਵਾਲਾ ਪੈਕ ਤੁਸੀਂ ਲਾਜ਼ਮੀ ਸੱਟਣਾ, ਤਾਂ ਕਿ ਪੌਦੇ ਦਾ ਝਾੜ ਜਿਹੜਾ ਨਾ ਉਹ ਪੂਰਾ ਬਣੇ। ਜਿਲੇ ਝਾੜ ਬਣੇਗਾ ਪੂਰਾ ਤਾਂ ਹੀ ਤੁਹਾਡੀ ਪੈਦਾਵਾਰ ਵਧੇਗੀ। ਅਗਰ ਝਾੜ ਪੂਰਾ ਨਾ ਬਣਿਆ, ਪੈਦਾਵਾਰ ਉਸ ਲੈਵਲ 'ਤੇ ਤੁਹਾਡੀ ਨਹੀਂ ਬਣ ਸਕਦੀ। ਤੁਸੀਂ ਇਹਦੀ ਕਿਹੜੀ ਚੀਜ਼ ਇਸਤੇਮਾਲ ਕਰ ਸਕਦੇ ਹੋ, ਜ਼ਿੰਕ ਇਸਤੇਮਾਲ ਕਰ ਦਿਓ ਝਾੜ ਬਣਾਉਣ ਵਾਸਤੇ ਕਰ ਸਕਦੇ ਹੋ, ਤੁਸੀਂ ਸਲਫਰ ਇਸਤੇਮਾਲ ਕਰ ਸਕਦੇ ਹੋ ਝਾੜ ਬਣਾਉਣ ਵਾਸਤੇ, ਤੁਸੀਂ ਹਿਊਮਿਕ ਐਸਿਡ ਇਸਤੇਮਾਲ ਕਰ ਸਕਦੇ ਹੋ ਝਾੜ ਬਣਾਉਣ ਵਾਸਤੇ। ਇਹਨਾਂ 'ਚੋਂ ਤੁਹਾਨੂੰ ਕੋਈ ਚੀਜ਼ ਵੀ ਮਿਲੇ ਤਾਂ ਤੁਹਾਨੂੰ ਇਸਤੇਮਾਲ ਕਰਨੀ ਚਾਹੀਏ, ਪਰ ਸਭ ਤੋਂ ਜ਼ਰੂਰੀ ਇਹ ਹੈ ਕਿ ਅਗਰ ਜ਼ਿੰਕ ਮਿਲੇ ਤਾਂ ਸਭ ਤੋਂ ਬਿਹਤਰ ਹੈ। ਜ਼ਿੰਕ ਜਿਹੜਾ ਹੈ ਤੁਹਾਡੀ ਪੈਦਾਵਾਰ ਵਿੱਚ ਵੀ ਇਜ਼ਾਫਾ ਕਰਦੀ ਹੈ। ਦੂਸਰੇ ਨੰਬਰ 'ਤੇ ਇਹ ਸਾਡੇ ਖੁਰਾਕ ਦਾ ਮੇਨ ਐਲੀਮੈਂਟ ਹੈ, ਸਾਡੀ ਜਿਹੜੀ ਫਸਲਾਤ ਦਾ। ਇਹਦੇ ਨਾਲ ਪੌਦੇ ਖੁਸ਼ਹਾਲ, ਪੌਦੇ ਸਰਸਬਜ਼, ਉਹ ਝਾੜ ਜਿਹੜਾ ਪੌਦੇ ਦਾ ਜਿੱਥੇ ਫਰਜ਼ ਕਰੋ ਜ਼ਿੰਕ ਪਾਈ ਹੋਏਗੀ, ਉੱਥੇ ਅਗਰ 7 ਸ਼ਾਖਾਂ ਦੇ ਜਿੱਥੇ ਨਹੀਂ ਪਾਈ ਹੋਣਗੇ ਉੱਥੇ 2 ਸ਼ਾਖਾਂ ਹੋਣਗੀਆਂ, 3 ਸ਼ਾਖਾਂ ਹੋਣਗੀਆਂ ਫੀ ਪੌਦੇ 'ਤੇ। ਇਸ ਲਈ ਜ਼ਿੰਕ ਦਾ ਪਹਿਲੇ ਪਾਣੀ 'ਤੇ ਇਸ ਲਈ ਜ਼ਿੰਕ ਦਾ ਜਿਹੜਾ ਇਸਤੇਮਾਲ ਹੈ ਉਹ ਤੁਸੀਂ ਜ਼ਰੂਰ ਕਰਨਾ ਪਹਿਲੇ ਪਾਣੀ 'ਤੇ, ਤਾਂ ਕਿ ਸਾਡੀ ਪੈਦਾਵਾਰ ਦੀ ਸ਼ੁਰੂਆਤ ਅੱਛੀ ਹੋ ਸਕੇ। ਅਤੇ ਜਿੰਨਾ ਸੋਹਣਾ ਝਾੜ ਹੋਏਗਾ ਉਨੀ ਸੋਹਣੀ ਪੈਦਾਵਾਰ ਹੋਏਗੀ। ਅਤੇ ਪਹਿਲੀ ਫਿਰ ਦੁਬਾਰਾ ਰਿਪੀਟ ਕਰਦਾ ਵਾਂ, 10 ਤੋਂ 12 ਲੱਖ ਅਸੀਂ ਪੌਦਾ ਪੂਰਾ ਕਰਨਾ ਆਪਣੇ ਖੇਤ ਵਿੱਚ, ਇਸ ਲਈ ਉਸ ਬੀਜ ਦੀ ਰੇਸ਼ੋ ਵਧਾਉਣੀ ਅਗਰ ਅਸੀਂ ਲੇਟ ਕਾਸ਼ਤ ਕਰ ਰਹੇ ਹਾਂ ਤਾਂ। ਅਤੇ ਬਾਕੀ ਜਿਹੜੇ 10 ਦਸੰਬਰ ਤੋਂ ਵੀ ਲੇਟ ਹੋ ਜਾਣ, ਮੈਂ ਉਹਨੂੰ ਇਹੀ ਮਸ਼ਵਰਾ ਦੇਵਾਂਗਾ ਵੀ ਤੁਸੀਂ ਉਹ ਨਾ ਕਾਸ਼ਤ ਕਰੋ, ਤੁਸੀਂ ਸੂਰਜਮੁਖੀ 'ਤੇ ਚਲੇ ਜਾਓ, ਕਿਸੇ ਹੋਰ ਫਸਲ 'ਤੇ ਚਲੇ ਜਾਓ, ਐਵੇਂ ਭੇੜ ਚਾਲ ਨਾ ਚਲੋ। ਅਤੇ ਬਾਕੀ ਆਪਣੀ ਫਸਲਾਂ ਦਾ ਖਿਆਲ ਰੱਖਿਓ ਜੀ, ਸਾਡੇ ਵੀ ਹੋ ਸਕੇ ਇਸ ਚੈਨਲ ਦਾ ਵੀ ਖਿਆਲ ਰੱਖਿਓ ਜੀ। ਬਹੁਤ ਸ਼ੁਕਰੀਆ, ਇੰਸ਼ਾਅੱਲਾ ਮਿਲਾਂਗੇ ਨੈਕਸਟ ਅਸੀਂ ਆਪਣੇ ਕਿਸੇ ਟੌਪਿਕ 'ਤੇ, ਨੈਕਸਟ ਗੰਦਮ ਦੇ ਕਿਸੇ ਵੀ ਮਰਹਲੇ 'ਤੇ। ਬਹੁਤ ਸ਼ੁਕਰੀਆ, ਅੱਲਾ ਹਾਫਿਜ਼।